ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਅੱਜ ਅਪਡੇਟ ਮੌਸਮ ਦੇ ਸੰਬੰਧੀ ਜਿਹੜਾ ਉਹ ਜਾਰੀ ਕੀਤਾ ਗਿਆ। ਲਗਾਤਾਰ ਮੀਂਹ ਜਿਹੜਾ ਉਹ ਰੁਕ ਕੇ ਜਿਹੜਾ ਪੈ ਰਿਹਾ ਹੈ। ਹੜ੍ਹਾਂ ਦੀ ਚੇਤਾਵਨੀ ਵੀ ਜਿਹੜੀ ਹੈ ਦਿੱਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੀਂਹ ਨਹੀਂ ਰੁਕਦਾ, ਜੇ ਬਾਰਿਸ਼ ज़्यादा ਹੁੰਦੀ ਰਹੀ ਤਾਂ ਹੋ ਸਕਦਾ ਹੈ ਕਿ ਸਥਿਤੀ ਤਣਾਅਪੂਰਨ ਬਣ ਜਾਏ। ਦੇਖਦੇ ਹਾਂ ਕਿ ਇਸ ਸੰਬੰਧੀ ਹੋਰ ਕੀ ਕੁਝ ਅਪਡੇਟ ਜਾਰੀ ਕੀਤਾ ਗਿਆ। ਫਿਲਹਾਲ ਸ਼ੁਰੂਆਤ ਹੈਡਲਾਈਨਸ ਦੇ ਨਾਲ। ਐਨਡੀਪੀ ਐਮਐਲਏ ਜਿਨੀ ਸਿਮਸ ਨੇ ਕੀਤਾ ਮੇਅਰ ਚੋਣ ਲੜਨ ਦਾ ਐਲਾਨ। ਸਿਰੇ ਮਿਊਨਿਸਪਲ ਚੋਣਾਂ ਦੇ ਵਿੱਚ ਇੱਕ ਹੋਰ ਪੰਜਾਬੀ ਚੋਣ ਮੈਦਾਨ ਦੇ ਵਿੱਚ। ਪਾਸਪੋਰਟ ਬੈਕਲੌਗ ਕਾਰਨ ਯਾਤਰੀਆਂ ਨੂੰ ਗਰਮੀ ਦੀਆਂ ਛੁੱਟੀਆਂ ਰੱਦ ਕਰਨ ਦੀ ਚਿੰਤਾ। ਬੈਕਲੌਗ ਸੇਵਾ ਕੇਂਦਰਾਂ ਦੇ ਬਾਹਰ ਯਾਤਰੀਆਂ ਨੇ ਲਗਾਏ ਡੇਰੇ। BC ਅਪ੍ਰੈਲ ਦੇ ਵਿੱਚ ਜ਼ਹਿਰੀਲੀਆਂ ਦਵਾਈਆਂ ਕਾਰਨ 161 ਮੌਤਾਂ ਦਰਜ। BC ਕਾਰਨਰ ਸਰਵਿਸ ਦੇ ਅਨੁਸਾਰ ਜਨਵਰੀ 2022 ਤੋਂ ਮਰਦਾਂ ਵਿੱਚ ਮੌਤਾਂ ਦੀ ਦਰ ਘਟੀ। ਜਿਹਦੇ ਖਬਰਾਂ ਵਿਸਥਾਰ ਦੇ ਨਾਲ। ਔਰ ਸਭ ਤੋਂ ਪਹਿਲਾਂ ਸਿਟੀ ਇਲੈਕਸ਼ਨਸ ਦੀ ਗੱਲ ਕਰ ਲੈਂਦੇ ਹਾਂ। ਸਿਆਸੀ ਅਖਾੜਾ ਇੱਥੇ ਭਖਦਾ ਜਾ ਰਿਹਾ ਹੈ। ਜਿਨੀ ਸਿਮਸ ਜਿਨ੍ਹਾਂ ਦੀਆਂ ਕੁਝ ਮਹੀਨੇ ਤੋਂ ਕਿਆਸਰਾਈਆਂ ਦਾ ਬਾਜ਼ਾਰ ਤਾਂ ਗਰਮ ਸੀ ਕਿ ਜਿਨੀ ਸਿਮਸ ਜਿਹੜੇ ਨੇ ਉਹ ਇਸ ਵਾਰ ਮੇਅਰ ਇਲੈਕਸ਼ਨ ਲਈ ਅੱਗੇ ਆ ਸਕਦੇ ਨੇ, ਪਰ ਹਜੇ ਰਸਮੀ ਤੌਰ ਦੇ ਉੱਤੇ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਸੀ। ਇਹ ਰਸਮੀ ਤੌਰ ਦੇ ਉੱਤੇ ਐਲਾਨ ਵੀ ਜਿਨੀ ਸਿਮਸ ਦੇ ਵੱਲੋਂ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹ ਚੋਣ ਲੜਨਗੇ। ਜਿਵੇਂ ਹੀ ਅਨਾਉਂਸਮੈਂਟ ਜਿਨੀ ਸਿਮਸ ਦੇ ਵੱਲੋਂ ਕੀਤੀ ਗਈ ਤਾਂ ਉਹਨਾਂ ਨੇ ਕਈ ਮੁੱਦਿਆਂ ਨੂੰ ਉਭਾਰਿਆ। ਉਹਨਾਂ ਕਿਹਾ ਕਿ ਸਿਟੀ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਕਿ ਵਿਗੜ ਚੁੱਕੇ ਨੇ। ਸਿਟੀ ਦੀ ਸਿਆਸਤ ਨੂੰ ਠੀਕ ਕਰਨ ਦੇ ਲਈ ਉਹ ਚੋਣ ਮੈਦਾਨ ਦੇ ਵਿੱਚ ਕੁੱਦੇ ਨੇ। ਸੋ ਦੱਸ ਦਈਏ ਕਿ ਇਸ ਵੇਲੇ ਸਿਆਸੀ ਅਖਾੜਾ ਜਿਹੜਾ ਉਹ ਪੰਜਾਬੀ ਸ਼ਮੂਲੀਅਤ ਦੇ ਨਾਲ ਉਮੀਦਵਾਰਾਂ ਦੀ ਭਰਦਾ ਜਾ ਰਿਹਾ ਹੈ। ਜਿਨੀ ਸਿਮਸ ਦੇ ਵੱਲੋਂ ਆਪਣੀ ਜਿਹੜਾ ਐਲਾਨ ਕਰ ਦਿੱਤਾ ਗਿਆ ਚੋਣ ਲੜਨ ਦਾ। ਉਹਨਾਂ ਦੀ ਚੋਣ ਲੜਨ ਦੀਆਂ ਕਿਆਸਾਂ ਪਹਿਲਾਂ ਤੋਂ ਜ਼ਰੂਰ ਲੱਗ ਰਹੀਆਂ ਸੀ। ਜਿਨੀ ਸਿਮਸ ਨੇ ਆਪਣੇ ਐਲਾਨ ਦੌਰਾਨ ਸਿਟੀ ਦੇ ਕਈ ਮੁੱਦਿਆਂ ਤੇ ਚੋਣ ਲੜਨਾ ਆਪਣਾ ਏਜੰਡਾ ਦੱਸਿਆ। ਖਾਸ ਕਰਕੇ ਸਰੀ ਪੁਲਿਸ ਟ੍ਰਾਂਜੈਕਸ਼ਨ ਮੁੱਦੇ ਤੇ ਉਹਨਾਂ ਕਿਹਾ ਹੈ ਕਿ ਬਿਹਤਰ ਵਿਕਲਪ ਤੇ ਅਸੀਂ ਧਿਆਨ ਕੇਂਦਰਿਤ ਕਰਾਂਗੇ। ਉਹਨਾਂ ਕਿਹਾ ਇਸ ਵੇਲੇ ਸਿਟੀ ਦੀ ਸਿਆਸਤ ਦਾ ਪੱਧਰ ਬਹੁਤ ਹੀ ਹੇਠਾਂ ਡਿੱਗ ਚੁੱਕਾ ਹੈ, ਜਿਸ ਕਰਕੇ ਉਹਨਾਂ ਸਿਟੀ ਦੀ ਸਿਆਸਤ 'ਚ ਕੁੱਦਣ ਬਾਰੇ ਸੋਚਿਆ। ਹੁਣ ਤੱਕ ਕੋਈ ਪੰਜਾਬੀ ਚਿਹਰਾ ਜਿਹੜਾ ਕਿ ਫੀਮੇਲ ਚਿਹਰਾ ਹੈ ਇਸ ਅਹੁਦੇ ਤੇ ਨਹੀਂ ਕਾਬਜ਼ ਹੋਇਆ। ਜੇ ਜਿਨੀ ਸਿਮਸ ਚੁਣੇ ਜਾਂਦੇ ਨੇ ਤਾਂ ਉਹ ਪਹਿਲੇ ਬਰਾਊਨ ਕਲਰ ਪਰਸਨ ਹੋਣਗੇ ਇਸ ਅਹੁਦੇ ਦੇ ਲਈ। ਪਾਰਟੀ ਦੀ ਸਲੇਟ ਦੇ ਵਿੱਚ ਸ਼ਾਮਿਲ 4 ਕੈਂਡੀਡੇਟ ਜੌਨ ਲਿਓ, ਜਿਮ ਬੈਨਟ, ਰੈਮਨ ਬੰਡੌਕ ਤੇ ਟ੍ਰੇਸਾ ਪਿਟਕੌਕ ਦੇ ਨਾਮ ਸੰਬੰਧੀ ਵੀ ਐਲਾਨ ਹੋਇਆ ਹੈ। ਇਹ ਕੈਂਡੀਡੇਟ ਜਿਨੀ ਸਿਮਸ ਦੇ ਨਾਲ ਸਟੇਜ ਦੇ ਉੱਤੇ ਵੀ ਸ਼ਾਮਿਲ ਸਨ। ਦੱਸਦੇ ਕਿ 15 ਅਕਤੂਬਰ ਨੂੰ ਮਿਊਨਿਸਪਲ ਚੋਣਾਂ ਹੋਣ ਜਾ ਰਹੀਆਂ ਨੇ। ਸਰੀ ਨਿਊਟਨ ਤੋਂ ਐਨਡੀਪੀ ਦੇ ਇੱਕ ਹੋਰ ਉਮੀਦਵਾਰ ਹੈਰੀ ਬੈਂਸ ਦਾ ਵੀ ਪਹਿਲਾਂ ਜ਼ਿਕਰ ਚੱਲਿਆ ਸੀ ਇਹਨਾਂ ਇਲੈਕਸ਼ਨਸ ਦੇ ਵਿੱਚ ਲੜਨ ਦੇ ਲਈ, ਜਿਸ ਤੇ ਉਹਨਾਂ ਸਥਿਤੀ ਸਪਸ਼ਟ ਕਰ ਦਿੱਤੀ ਸੀ ਕਿ ਉਹ ਫਿਲਹਾਲ ਚੋਣਾਂ ਨਹੀਂ ਲੜਨਗੇ ਅਤੇ ਸਿਟੀ ਦੀ ਸਿਆਸਤ ਦੇ ਵਿੱਚ ਉਹ ਨਹੀਂ ਆਉਣਗੇ। ਹਾਲਾਂਕਿ ਦੂਜੇ ਪਾਸੇ MP ਸੁਖ ਧਾਲੀਵਾਲ ਕਾਫੀ ਸਰਗਰਮ ਦਿਖਾਈ ਦੇ ਰਹੇ ਨੇ ਅਕਤੂਬਰ ਦੀਆਂ ਮੇਅਰ ਚੋਣਾਂ ਦੇ ਵਿੱਚ ਡਗ ਮਕੱਲਮ ਨੂੰ ਚੁਣੌਤੀ ਦੇਣ ਦੇ ਲਈ। ਮੌਜੂਦਾ ਕੌਂਸਲਰ ਬ੍ਰੈਂਡਾ ਲੌਕ ਨੇ ਵੀ ਸਰੀ ਕਨੈਕਟਾ ਦੀ ਨਵੀਂ ਪਾਰਟੀ ਨਾਲ ਮੇਅਰ ਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਹੁਣ ਸਿਰਫ ਐਲਾਨ ਬਾਕੀ ਹੈ ਤਾਂ ਸੁਖ ਧਾਲੀਵਾਲ ਦਾ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਰੀ ਇਲੈਕਸ਼ਨਸ ਦੇ ਵਿੱਚ ਹੋਰ ਕੀ ਤਬਦੀਲੀਆਂ ਨਜ਼ਰ ਆਉਣਗੀਆਂ ਤੇ ਹੋਰ ਕਿਹੜੇ ਪੰਜਾਬੀ ਆਪਣੇ ਨਾਵਾਂ ਦਾ ਐਲਾਨ ਕਰਨਗੇ। ਦੱਸ ਦਈਏ ਕਿ ਓਵਰਡੋਜ਼ ਦੇ ਨਾਲ ਮੌਤਾਂ ਹੋਣ ਦਾ ਸਿਲਸਿਲਾ ਜਿਹੜਾ ਹੈ ਉਹ ਅਜੇ ਵੀ ਜਾਰੀ ਹੈ। ਅਪ੍ਰੈਲ ਦੀ ਜਿਹੜੀ ਰਿਪੋਰਟ ਆਈ ਹੈ ਉਸ ਮੁਤਾਬਕ 161 ਮੌਤਾਂ ਜਿਹੜੀਆਂ ਨੇ ਉਹ ਜ਼ਹਿਰੀਲੀਆਂ ਦਵਾਈਆਂ ਦੇ ਨਾਲ ਹੋਈਆਂ ਦੱਸੀਆਂ ਜਾ ਰਹੀਆਂ ਨੇ। ਇਹ ਰਿਪੋਰਟ ਆਉਣਾ ਆਪਣੇ ਆਪ ਦੇ ਵਿੱਚ ਚਿੰਤਾ ਨੂੰ ਵਧਾ ਰਹੀ ਹੈ। ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ 2022 ਦੇ ਵਿੱਚ ਮੌਤ ਦਰ ਦੇ ਵਿੱਚ ਮਰਦਾਂ ਦੀ ਮੌਤ ਦਰ ਦੇ ਵਿੱਚ ਕਟੌਤੀ ਜ਼ਰੂਰ ਦੇਖੀ ਗਈ ਹੈ। ਦੱਸਦੇ ਕਿ ਓਵਰਡੋਜ਼ ਨੂੰ ਲੈ ਕੇ ਕਈ ਤਰ੍ਹਾਂ ਦੇ ਐਲਾਨ ਹਾਲਾਂਕਿ ਸਰਕਾਰ ਨੇ ਇਸ ਵਾਰ ਕੀਤੇ ਨੇ। ਇੱਕ ਨਵੇਂ ਵਿਕਲਪ ਦੇ ਨਾਲ ਸਰਕਾਰ ਚੱਲਣਾ ਚਾਹੁੰਦੀ ਹੈ ਕਿ ਸ਼ਾਇਦ ਓਵਰਡੋਜ਼ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਕਮੀ ਦਰਜ ਕੀਤੀ ਜਾ ਸਕੇ। ਪਰ ਫਿਲਹਾਲ ਅਪ੍ਰੈਲ ਦੀ ਇਹ ਰਿਪੋਰਟ ਆਉਣਾ ਸਰਕਾਰ ਦੇ ਲਈ ਇੱਕ ਵੱਡੀ ਚੁਣੌਤੀ ਹੈ। BC ਵਿੱਚ ਜ਼ਹਿਰੀਲੀਆਂ ਦਵਾਈਆਂ ਦੇ ਨਾਲ ਹੋਣ ਵਾਲੀਆਂ ਮੌਤਾਂ ਲਈ ਅਪ੍ਰੈਲ ਇੱਕ ਹੋਰ ਵਿਨਾਸ਼ਕਾਰੀ ਮਹੀਨਾ ਸੀ, ਜਿਸ ਵਿੱਚ 161 ਜਾਨਾਂ ਚਲੀਆਂ ਗਈਆਂ ਸਨ। ਇਹ ਅਪ੍ਰੈਲ ਦੇ ਮਹੀਨੇ ਵਿੱਚ ਦਰਜ ਕੀਤੀ ਗਈ ਦੂਜੀ ਉੱਚ ਗਿਣਤੀ ਹੈ ਤੇ ਪ੍ਰਤੀ ਦਿਨ 5 ਤੋਂ ਵੱਧ ਮੌਤਾਂ ਦੇ ਬਰਾਬਰ ਹੈ। 161 ਮੌਤਾਂ ਅਪ੍ਰੈਲ 2021 ਦੇ ਮੁਕਾਬਲੇ 13% ਦੀ ਕਮੀ ਨੂੰ ਦਰਸਾਉਂਦੀਆਂ ਨੇ। BC ਕਾਰਨਰ ਸਰਵਿਸ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਮੌਤਾਂ ਘਰਾਂ ਵਿੱਚ ਹੋ ਰਹੀਆਂ ਨੇ। ਇਹ ਨੋਟ ਕਰਦੇ ਹੋਏ ਕਿ ਕੋਈ ਵੀ ਨਿਗਰਾਨੀ ਅਧੀਨ ਖਪਤ ਵਾਲੀਆਂ ਥਾਵਾਂ ਤੇ ਨਹੀਂ ਸੀ। ਜਨਵਰੀ ਤੋਂ ਮਰਦਾਂ ਦੇ ਵਿੱਚ ਮੌਤਾਂ ਦੀ ਦਰ ਘਟ ਰਹੀ ਹੈ, ਹਾਲਾਂਕਿ ਔਰਤਾਂ ਵਿੱਚ ਇਹ ਦਰ ਮੁਕਾਬਲੇ ਸਥਿਰ ਰਹੀ ਹੈ। 2022 ਦੇ ਵਿੱਚ ਹੁਣ ਤੱਕ 83% ਨਸ਼ੀਲੇ ਪਦਾਰਥਾਂ ਦੇ ਨਮੂਨਿਆਂ ਵਿੱਚ ਫੈਂਟਨਿਲ ਪਾਇਆ ਗਿਆ ਸੀ, ਜੋ ਪੋਜ਼ਿਟਿਵ ਟੈਸਟ ਕੀਤੇ ਗਏ ਸਨ। ਪਿਛਲੇ ਸਾਲ ਇਹ ਪਦਾਰਥ 86% ਪੋਜ਼ਿਟਿਵ ਟੈਸਟਾਂ ਵਿੱਚ ਪਾਇਆ ਗਿਆ ਸੀ। ਕੋਕੀਨ ਤੇ ਮੈਥਾਫੈਟਾਮਾਈਨ
ਐਮਫੈਟਾਮਿਨ ਵੀ ਪੋਜ਼ਿਟਿਵ ਟੈਸਟਾਂ ਦੇ ਉੱਚ ਫੀਸਦੀ ਵਿੱਚ ਪਾਏ ਜਾਂਦੇ ਨੇ। ਪਿਛਲੇ ਹਫਤੇ BC ਨੂੰ ਇੱਕ ਛੋਟ ਦਿੱਤੀ ਗਈ ਸੀ ਜੋ ਸੂਬੇ ਨੂੰ ਨਿੱਜੀ ਕਬਜ਼ੇ ਲਈ ਕੁਝ ਦਵਾਈਆਂ ਦੀ ਛੋਟੀ ਮਾਤਰਾ ਨੂੰ ਅਪਰਾਧੀਕਰਨ ਕਰਨ ਦੀ ਇਜਾਜ਼ਤ ਦੇਵੇਗਾ। ਇਹ ਛੋਟ BC ਦੇ ਅੰਦਰ 18 ਸਾਲ ਤੋਂ ਵੱਧ ਉਮਰ ਦੇ ਸਾਰੇ ਬਾਲਗਾਂ ਤੇ ਲਾਗੂ ਹੋਵੇਗੀ। ਇਸ ਵਿੱਚ ਸਿਰਫ 2.5 ਗ੍ਰਾਮ ਓਪੀਓਇਡਸ, ਕੋਕੀਨ, ਮੈਥਾਮਫੈਟਾਮਿਨ ਤੇ MDMA ਦੀ ਸੰਚਿਤ ਮਾਤਰਾ ਤੱਕ ਨਿੱਜੀ ਕਬਜ਼ਾ ਸ਼ਾਮਿਲ ਹੈ। ਮਾਨਸਿਕ ਸਿਹਤ ਤੇ ਐਡਿਕਸ਼ਨ ਮੰਤਰੀ ਸ਼ੇਲਾ ਨੇ ਕਿਹਾ ਹੈ ਕਿ ਲੋਕਾਂ ਦੀਆਂ ਜਾਨਾਂ ਗਵਾਉਣ ਦਾ ਇੱਕ ਕਾਰਨ ਨਸ਼ੇ ਤੇ ਪਦਾਰਥਾਂ ਦੀ ਵਰਤੋਂ ਨਾਲ ਘਿਰਿਆ ਹੈ। ਸ਼ਰਮ ਤੇ ਡਰ ਬਹੁਤ ਸਾਰੇ ਲੋਕਾਂ ਨੂੰ ਲੋੜੀਂਦੀ ਦੇਖਭਾਲ ਤੱਕ ਪਹੁੰਚ ਕਰਨ ਤੋਂ ਰੋਕਦੇ ਨੇ। ਅਪਰਾਧੀ ਹੋਣ ਦੇ ਡਰ ਨੇ ਬਹੁਤ ਸਾਰੇ ਲੋਕਾਂ ਨੂੰ ਨਸ਼ੇ ਦੀ ਵਰਤੋਂ ਕਰਨ ਨੂੰ ਪ੍ਰੇਰਿਤ ਕੀਤਾ ਹੈ ਤੇ ਇਕੱਲੇ ਵਰਤਣ ਦਾ ਮਤਲਬ ਇਕੱਲੇ ਮਰਨਾ ਹੋ ਸਕਦਾ ਹੈ। BC ਦੀ ਛੋਟ ਦੀ ਮਿਆਦ 31 ਜਨਵਰੀ 2023 ਤੋਂ ਸ਼ੁਰੂ ਹੁੰਦੀ ਹੈ ਤੇ ਇਹ 3 ਸਾਲਾਂ ਲਈ ਲਾਗੂ ਹੋਣਾ ਤੈਅ ਹੈ। 31 ਜਨਵਰੀ 2026 ਨੂੰ ਇਹ ਸਮਾਪਤ ਹੋਵੇਗੀ। ਹੈਲਥ ਕੈਨੇਡਾ ਨੋਟ ਕਰਦਾ ਹੈ ਕਿ ਛੋਟ ਨੂੰ ਰੱਦ ਕੀਤਾ ਜਾ ਸਕਦਾ ਹੈ ਤਾਂ ਜੋ ਕਿਸੇ ਹੋਰ ਦੁਆਰਾ ਬਦਲਿਆ ਜਾ ਸਕਦਾ ਹੈ। ਇਸ ਮਿਆਦ ਦੇ ਦੌਰਾਨ ਨਿੱਜੀ ਵਰਤੋਂ ਲਈ ਉਪਰੋਕਤ ਸੂਚੀਬੱਧ ਪਦਾਰਥਾਂ ਵਿੱਚੋਂ 2.5 ਗ੍ਰਾਮ ਜਾਂ ਘੱਟ ਪਾਏ ਜਾਣ ਵਾਲੇ ਲੋਕਾਂ ਵਿਰੁੱਧ ਕੋਈ ਗ੍ਰਿਫਤਾਰੀ ਜਾਂ ਦੋਸ਼ ਨਹੀਂ ਲਗਾਏ ਜਾਣਗੇ। ਨਸ਼ੇ ਵੀ ਜ਼ਬਤ ਨਹੀਂ ਕੀਤੇ ਜਾਣਗੇ। ਮੈਕਲਮਲਸਨ ਦਾ ਕਹਿਣਾ ਹੈ ਕਿ ਅਪਰਾਧੀਕਰਨ ਨੂੰ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕੇਤ ਵਿਰੁੱਧ BC ਦੀ ਲੜਾਈ ਵਿੱਚ ਇੱਕ ਮਹੱਤਵਪੂਰਨ ਕਦਮ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਇਹ ਉਹਨਾਂ ਰੁਕਾਵਟਾਂ ਨੂੰ ਤੋੜ ਦੇਵੇਗਾ ਜੋ ਲੋਕਾਂ ਨੂੰ ਲਾਈਫ ਸੇਵਿੰਗ ਸਪੋਰਟ ਤੋਂ ਰੋਕਦੀਆਂ ਨੇ। ਇਸ ਮੁੱਦੇ ਨੂੰ ਹੱਲ ਕਰਨ ਲਈ ਕੋਈ ਜਾਦੂਈ ਗੋਲੀ ਨਹੀਂ ਹੈ। BC ਕੋਰਨਰਜ਼ ਸਰਵਿਸ ਡੈਥ ਰਿਵਿਊ ਪੈਨਲ ਨੂੰ ਲਗਭਗ 100 ਦਿਨ ਹੋ ਗਏ ਨੇ ਤੇ ਇਹ ਨੋਟ ਕਰਦੇ ਹੋਏ BC ਲਿਬਰਲ ਆਲੋਚਕ ਟ੍ਰੇਵਰ ਹੈਲਥਫੋਰਡ ਨੇ NDP ਸਰਕਾਰ ਤੇ ਉਸ ਦੀਆਂ ਸਿਫਾਰਿਸ਼ਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਹੈ। ਜੌਨ ਹੌਰਗਨ ਤੇ NDP ਸਰਕਾਰ ਥੋੜੀ ਜਿਹੀ ਕਾਰਵਾਈ ਤੇ ਜਾਗਰੂਕਤਾ ਜਾਰੀ ਹੈ ਕਿਉਂਕਿ ਉਹ ਇਸ ਰਿਪੋਰਟ ਦੇ ਵਿੱਚ ਨਿਰਧਾਰਿਤ ਜੀਵਨ ਰੱਖਿਅਕ ਟੀਚਿਆਂ ਤੇ ਸਮਾਂ ਸੀਮਾਵਾਂ ਦੀ ਅਣਦੇਖੀ ਕਰਦੇ ਨੇ। 50 ਸਾਲ ਤੇ ਇਸ ਤੋਂ ਵੱਧ ਉਮਰ ਦੇ BC ਦੇ ਲੋਕਾਂ ਵਿੱਚ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਅਨੁਪਾਤ ਪਿਛਲੇ 6 ਸਾਲਾਂ ਵਿੱਚ ਲਗਾਤਾਰ ਵੱਧਦਾ ਹੈ ਤੇ ਇਸ ਸਾਲ ਹੁਣ ਤੱਕ 38% ਹੋ ਗਿਆ ਹੈ। ਵੈਨਕੂਵਰ, ਸਰੀ ਤੇ ਵਿਕਟੋਰੀਆ ਸ਼ਹਿਰਾਂ ਵਿੱਚ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਨੇ। ਜਦੋਂ ਨਸ਼ੀਲੇ ਪਦਾਰਥਾਂ ਦੇ ਨਾਲ ਹੋਣ ਵਾਲੀਆਂ ਮੌਤਾਂ ਦੀਆਂ ਦਰਾਂ ਦੀ ਗੱਲ ਆਉਂਦੀ ਹੈ ਤਾਂ ਉੱਤਰੀ ਸਿਹਤ ਅਥਾਰਟੀ ਸਭ ਤੋਂ ਵੱਧ ਪ੍ਰਤੀ 1 ਲੱਖ ਲੋਕਾਂ ਵਿੱਚ 58 ਮੌਤਾਂ ਦੇਖ ਰਹੀ ਹੈ। ਇਸ ਤੋਂ ਬਾਅਦ ਵੈਨਕੂਵਰ, ਕੋਸਟਲ ਹੈਲਥ 47% ਪ੍ਰਤੀ 1 ਲੱਖ ਲੋਕਾਂ ਵਿੱਚ ਤੇ BC ਵਿੱਚ ਸਮੁੱਚੀ ਦਰ ਪ੍ਰਤੀ 1 ਲੱਖ ਲੋਕਾਂ ਵਿੱਚ 41 ਮੌਤਾਂ ਨੇ। 14 ਅਪ੍ਰੈਲ ਨੂੰ BC ਤੋਂ 6 ਸਾਲ ਪੂਰੇ ਹੋਏ ਨੇ ਓਪੀਓਇਡ ਸੰਕਟ ਕਾਰਨ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤੇ ਨੂੰ। ਉਦੋਂ ਤੋਂ 9500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਮਾਹਰਾਂ ਦਾ ਕਹਿਣਾ ਹੈ ਕਿ ਨਸ਼ਿਆਂ ਦਾ ਜ਼ਹਿਰੀਲਾਪਨ ਸਿਰਫ ਵਿਗੜ ਗਿਆ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਮੌਸਮ ਸੰਬੰਧੀ ਅਪਡੇਟ ਜਿਹੜਾ ਉਹ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਜਿਸ ਤਰੀਕੇ ਨਾਲ ਅੱਜ ਵੀ ਸਾਰਾ ਦਿਨ ਲਗਾਤਾਰ ਬਾਰਿਸ਼ ਪੈਂਦੀ ਰਹੀ। ਪਿਛਲੇ ਕੁਝ ਦਿਨਾਂ ਤੋਂ ਅਸੀਂ ਮੌਸਮ ਦੇ ਹਾਲਾਤ ਅਜਿਹੇ ਦੇਖ ਰਹੇ ਹਾਂ, ਕਦੇ ਧੁੱਪ ਨਿਕਲ ਆਉਂਦੀ ਹੈ, ਗਰਮੀ ਥੋੜੀ ਪੈਂਦੀ ਹੈ, ਪਰ ਉਸ ਦੇ ਬਾਵਜੂਦ ਠੰਡ ਇੱਕਦਮ ਵੱਧ ਜਾਂਦੀ ਹੈ। ਕਾਫੀ ਹੱਦ ਤੱਕ ਮੌਸਮ ਵਿਭਾਗ ਦਾ ਤੇ ਰਿਵਰ ਫੋਰਕਾਸਟ ਦਾ ਇਹ ਕਹਿਣਾ ਹੈ ਕਿ ਇਹ ਆਉਣ ਵਾਲੇ ਹੜ੍ਹਾਂ ਦੀ ਚੁਣੌਤੀ ਵੀ ਹੋ ਸਕਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਇਸ ਦੇ ਉੱਤੇ ਨਜ਼ਰ ਰੱਖੀ ਜਾਏਗੀ ਕਿਉਂਕਿ ਇਸ ਵੇਲੇ ਬਰਫ਼ ਜਿਸ ਤਰੀਕੇ ਨਾਲ ਪਿਘਲ ਰਹੀ ਹੈ, ਨਦੀਆਂ ਦਾ ਜਿਹੜਾ ਪਾਣੀ ਦਾ ਪੱਧਰ ਉਹ ਵੀ ਵੱਧ ਰਿਹਾ ਹੈ ਜਿਸ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਆਓ ਦੇਖਦੇ ਹਾਂ ਰਿਵਰ ਫੋਰਕਾਸਟ ਦੀ ਇੱਕ ਰਿਪੋਰਟ। BC ਦੇ ਵਿੱਚ ਹੜ੍ਹਾਂ ਦਾ ਖਤਰਾ ਵਧਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਠੰਡਾ ਮੌਸਮ ਇਸ ਦਾ ਕਾਰਨ ਹੈ। ਅਗਲੇ ਕੁਝ ਹਫ਼ਤਿਆਂ ਤੇ ਅਜੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਭਾਰੀ ਮੀਂਹ ਦਾ ਧਮਾਕਾ ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਵਿੱਚ ਵੀਰਵਾਰ ਨੂੰ ਉਮੀਦ ਕੀਤੀ ਜਾ ਰਹੀ ਸੀ ਤੇ ਸਾਰਾ ਦਿਨ ਅੱਜ ਮੀਂਹ ਪੈਂਦਾ ਰਿਹਾ। ਸਥਾਨਕ ਨਦੀਆਂ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਵਿੱਚ ਇਹ ਮੀਂਹ ਕਾਫੀ ਵਧਾਵਾ ਦੇ ਰਿਹਾ ਹੈ। ਮੌਸਮ ਵਿਗਿਆਨੀ ਮਾਈਕਲ ਕੋਸ ਦੇ ਪੂਰਵਾਨੁਮਾਨ ਦੇ ਅਨੁਸਾਰ ਮੈਟਰੋ ਵੈਨਕੂਵਰ ਲਈ 15 ਤੋਂ 40 ਮਿਲੀਮੀਟਰ ਵਰਖਾ ਦੀ ਜਿਹੜੀ ਹੈ ਉਮੀਦ ਜਤਾਈ ਜਾ ਰਹੀ ਹੈ ਜੋ ਕਿ ਇੱਕ ਦਿਨ ਦੇ ਵਿੱਚ ਖੇਤਰ ਲਈ ਇੱਕ ਆਮ ਜੂਨ ਦੇ ਲਈ ਕੁੱਲ ਬਾਰਿਸ਼ ਦਾ ਲਗਭਗ ਤੀਜਾ ਹਿੱਸਾ ਹੋਵੇਗਾ। ਇਹ ਯਕੀਨਨ ਇੱਕ ਐਟਮੋਸਫੇਰਿਕ ਨਦੀ ਹੈ। ਬਾਰਿਸ਼ ਦਾ ਕੁੱਲ ਮਿਲਾ ਕੇ ਹੁਣ ਹੇਠਲੇ ਸਿਰੇ ਤੇ 15 ਤੋਂ 20 ਮਿਲੀਮੀਟਰ ਪਹਾੜਾਂ ਦੇ ਵਿਰੁੱਧ 40 ਮਿਲੀਮੀਟਰ ਤੱਕ ਦਿਖਾਈ ਦਿੰਦੇ ਨੇ। ਉਹਨਾਂ ਦੱਸਿਆ ਕਿ ਇਸ ਵੇਲੇ ਵਾਦੀ ਦੇ ਵਿੱਚ ਫੈਲਣਾ ਥੋੜਾ ਜਿਹਾ ਘੱਟ ਹੋਵੇਗਾ। Here I'm showing you a map of BC outlined in black. And I'm talking about the precipitation over a 72-hour or a 3-day total. This is good for Thursday through till Saturday. We're looking at those values of purples, reaching up to 50, 60, maybe even 70 millimeters of rain on the coast. So a late push of subtropical origins for the north coast all the way down to the North Shore Mountains. That said, the areas of most concern are, of course, in the interior. So you can see the northeast in the Liard Basin, the Liard River
is looking to see 20 millimeters widespread with potentially up to 40 millimeters in the thunderstorm and the convective activity. So this is an area where we're expecting continued rain right through until Saturday morning. Then, of course, right along the Rockies, another signal there, upwards of 20 millimeters, maybe even more in pockets of convection. And those are the areas that we're extra looking at for our partnership there with River Forecast Center. ਖਾਸ ਤੌਰ ਤੇ ਜਿੰਨਾ ਦੂਰ ਤੁਸੀਂ ਘਾਟੀ ਦੇ ਮੱਧ ਤੇ ਪੂਰਬੀ ਹਿੱਸਿਆਂ ਦੇ ਵਿੱਚ ਜਾਓਗੇ, ਸਾਲ ਦੇ ਇਸ ਸਮੇਂ ਲਈ ਇਹ ਬਹੁਤ ਸਾਰਾ ਪਾਣੀ ਹੈ। ਇਹ ਉਦੋਂ ਆਉਂਦਾ ਹੈ ਜਦੋਂ ਹੇਠਲਾ ਫਰੇਜ਼ਰ ਦਰਿਆ ਉੱਚਾ ਧਾਰਾ ਦੇ ਵਹਾਅ ਦੀ ਸਲਾਹ ਦੇ ਅਧੀਨ ਰਹਿੰਦਾ ਹੈ। ਰਿਵਰ ਫੋਰਕਾਸਟ ਸੈਂਟਰ ਦਾ ਕਹਿਣਾ ਹੈ ਕਿ ਇਹ ਸਲਾਹ ਕੈਨਲ ਦੇ ਹੇਠਾਂ ਵੱਲ ਦੇ ਖਤਰੇ ਤੇ ਲਾਗੂ ਹੁੰਦੀ ਹੈ, ਜਿਸ ਦੇ ਨਾਲ ਬਿਗ ਬੋਰ, ਬੋਸਟਨ ਬੋਰ ਤੇ ਫਰੇਜ਼ਰ ਵੈਲੀ ਹੋਪ ਤੇ ਸਮੁੰਦਰ ਤੱਕ ਸ਼ਾਮਿਲ ਹੈ। Looking at the week beyond next week, the 16th through to the 23rd, we're looking at probabilities here. You can see them in blue as being below seasonal values, in oranges and reds as being above seasonal values, as you can see a hint of that in Yukon, and then the purples are near seasonal values that you can see for the northwest of BC for the coming week. So this continues the trend that we have started in early April. Cooler and wetter conditions have prevailed very systematically. We've come closer to seasonal values of late, but we are looking to dip down back to the pattern of continued unstable and cooler weather. And here I'm showing you the forecast a little bit beyond that. So a monthly forecast from mid-June to mid-July. What we're describing here are, again, probabilities of continued cooler than seasonal values across the south of BC. We've got sea surface temperatures right offshore of Vancouver Island that are cooler than normal. They're an indirect result of the La Nina pattern that continues in the equatorial Pacific. However, when you look further north into BC and up into Yukon, Northwest Territories, we can see that warmer signal is starting to creep south. So we are going to see a trend shift by the middle of the month and last the better part of a month for the northern part of BC. Now, it's also important to think that there is uncertainty in this forecast, and it's also a glossy thing for an entire month. There's going to be events, a few days long, maybe even a week long, that move away from this narrative. So we will see potentially some warmth in the south and some cool in the north as well. ਫਰੇਜ਼ਰ ਨਦੀ ਦੀਆਂ ਸਹਾਇਕ ਨਦੀਆਂ ਦੇ ਵਿੱਚ ਪਾਣੀ ਦੇ ਵਹਾਅ ਦੇ ਹਫ਼ਤੇ ਦੇ ਅੰਤ ਵਿੱਚ ਹੋਪ ਤੇ ਹੇਠਾਂ ਵੱਲ ਹੇਠਲੇ ਫਰੇਜ਼ਰ ਤੱਕ ਪਹੁੰਚਣ ਦੀ ਉਮੀਦ ਹੈ, ਜਦੋਂ ਕਿ ਵੀਰਵਾਰ ਦੀ ਬਾਰਿਸ਼ ਨਾਲ ਨਦੀ ਦੇ ਵਹਾਅ ਨੂੰ ਵਧਾਉਣ ਦੀ ਉਮੀਦ ਹੈ, ਜੋ ਕਿ ਸਮੇਂ ਲਈ ਉੱਚਾ ਰਹਿ ਸਕਦਾ ਹੈ। 100 ਤੋਂ ਵੱਧ ਮੌਸਮ ਸਟੇਸ਼ਨਾਂ ਤੋਂ ਸਭ ਤੋਂ ਹਾਲ ਹੀ ਦੇ ਵਿੱਚ ਉਪਲਬਧ ਸੂਬਾਈ ਡੇਟਾ ਦਰਸਾਉਂਦਾ ਹੈ ਕਿ ਬਰਫ਼ ਦਾ ਪੈਕ ਪਹਾੜਾਂ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਸਟੋਰ ਕਰ ਰਿਹਾ ਹੈ। ਇਹ ਅਸਲ ਦੇ ਵਿੱਚ 15 ਮਈ ਨੂੰ 128% ਤੋਂ ਵੱਧ ਕੇ 1 ਜੂਨ ਨੂੰ 165% ਹੋ ਗਿਆ। ਦੇਰੀ ਨਾਲ ਬਰਫ਼ ਪਿਘਲਣ ਦੇ ਨਾਲ ਰਿਵਰ ਫੋਰਕਾਸਟ ਸੈਂਟਰ ਨੇ ਭਵਿੱਖਬਾਣੀ ਕੀਤੀ ਹੈ ਕਿ ਹੇਠਲੇ ਫਰੇਜ਼ਰ ਨਦੀ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਐਕਸਟ੍ਰੀਮ ਮੌਸਮ ਦੀਆਂ ਘਟਨਾਵਾਂ, ਖਾਸ ਤੌਰ 'ਤੇ ਭਾਰੀ ਬਾਰਿਸ਼ ਜਾਂ ਬਹੁਤ ਜ਼ਿਆਦਾ ਗਰਮੀ ਲਈ ਕਮਜ਼ੋਰ ਰਹਿਣਗੀਆਂ। ਇਸ ਲਈ ਤੇਜ਼ ਵਹਾਅ ਦੇ ਪਾਣੀ ਤੇ ਫਰੇਜ਼ਰ ਨਦੀ ਦੇ ਨਾਲ ਸੰਭਾਵੀ ਤੌਰ 'ਤੇ ਅਸਥਿਰ ਨਦੀ ਦੇ ਕਿਨਾਰਿਆਂ ਤੋਂ ਦੂਰ ਰਹਿਣ ਲਈ ਚੇਤਾਵਨੀ ਦਿੱਤੀ ਜਾ ਰਹੀ ਹੈ, ਜਦੋਂ ਕਿ ਉੱਚ ਧਾਰਾ ਦੇ ਵਹਾਅ ਦੀ ਸਲਾਹ ਵੀ ਲਾਗੂ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਬਹੁਤ ਸਾਰੇ ਲੋਕ ਜਿਹੜੇ ਕਿ ਕੋਵਿਡ ਦੌਰਾਨ ਕਿਤੇ ਜਾ ਨਹੀਂ ਪਾਏ, ਯਾਤਰਾ ਨਹੀਂ ਕਰ ਪਾਏ, ਤੇ ਇਸ ਵਾਰ ਉਹਨਾਂ ਨੇ ਬਹੁਤ ਸਾਰੇ ਪਲਾਨ ਬਣਾਏ ਹੋਏ ਸੀ। ਗਰਮੀ ਦੀਆਂ ਛੁੱਟੀਆਂ ਦੇ ਇਹ ਪਲਾਨ ਬਣੇ ਹੋਏ ਸੀਗੇ, ਪਰ ਜਿਵੇਂ ਹੀ ਸੇਵਾ ਕੇਂਦਰਾਂ ਦੇ ਵਿੱਚ ਪਾਸਪੋਰਟ ਉਹਨਾਂ ਭੇਜੇ ਤਾਂ ਸੇਵਾ ਕੇਂਦਰਾਂ ਦੇ ਵਿੱਚ ਲੱਗ ਗਿਆ ਬੈਕਲੌਗ ਦੀ ਸਥਿਤੀ ਕਰਕੇ ਲੋਕਾਂ ਨੇ ਸੇਵਾ ਕੇਂਦਰਾਂ ਦੇ ਬਾਹਰ ਡੇਰੇ ਲਗਾਏ ਹੋਏ ਨੇ, ਕਿਉਂਕਿ ਇਸ ਵੇਲੇ ਯਾਤਰੀਆਂ ਨੂੰ ਖਾਸ ਤੌਰ ਦੇ ਉੱਤੇ ਡਰ ਹੈ ਕਿ ਉਹਨਾਂ ਦੀਆਂ ਜਿਹੜੀਆਂ ਛੁੱਟੀਆਂ ਦੀ ਯੋਜਨਾ ਹੈ, ਛੁੱਟੀਆਂ ਦੀ ਜਿਹੜੀ ਪਲੈਨਿੰਗ ਹੈ, ਉਹ ਕਿਤੇ ਧਰੀ ਨਾ ਰਹਿ ਜਾਏ। ਇਸ ਕਰਕੇ ਸੇਵਾ ਕੇਂਦਰਾਂ ਦੇ ਬਾਹਰ ਹੀ ਉਹ ਧਰਨੇ ਲਗਾ ਕੇ ਬੈਠੇ ਹੋਏ ਨੇ, ਇਕੱਠਾਂ ਦੇ ਵਿੱਚ ਬੈਠੇ ਹੋਏ ਨੇ ਕਿ ਬੈਕਲੌਗ ਸਿਚੁਏਸ਼ਨ ਜਿਹੜੀ ਹੈ ਉਹ ਖਤਮ ਹੋ ਕੇ ਉਹਨਾਂ ਨੂੰ ਵਾਪਸ ਉਹਨਾਂ ਦੇ ਪਾਸਪੋਰਟ ਮਿਲਣ ਤੇ ਉਹ ਯਾਤਰਾ ਆਪਣੀ ਪੂਰੀ ਕਰ ਸਕਣ। ਉਧਰ ਜਿੰਨਾ ਜ਼ਿਆਦਾ ਲੋਕਾਂ ਦਾ ਇਕੱਠ ਹੋ ਰਿਹਾ ਹੈ, ਉਸ ਨੂੰ ਲੈ ਕੇ ਸੇਵਾ ਕੇਂਦਰਾਂ ਤੇ ਵੀ ਦਬਾਅ ਬਣਿਆ ਹੋਇਆ, ਜਿਸ ਕਰਕੇ ਸੇਵਾ ਕੇਂਦਰਾਂ ਨੇ ਕਾਫੀ ਹੱਦ ਤੱਕ ਹੋਰ ਕਰਮਚਾਰੀ ਹਾਇਰ ਕੀਤੇ ਨੇ।
ਕੁਝ ਚਾਹਵਾਨ ਯਾਤਰੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਉਹਨਾਂ ਦੀਆਂ ਗਰਮੀ ਦੀਆਂ ਛੁੱਟੀਆਂ ਦੀਆਂ ਯੋਜਨਾਵਾਂ ਤੇ ਪਾਣੀ ਫਿਰ ਸਕਦਾ ਹੈ, ਕਿਉਂਕਿ ਪੈਂਟਅਪ ਮਹਾਮਾਰੀ ਘੁੰਮਣ ਘੇਰੀ ਨੇ ਪਾਸਪੋਰਟ ਪ੍ਰੋਸੈਸਿੰਗ ਸਮੇਂ ਦੇ ਵਿੱਚ ਬੈਕਲੌਗ ਨੂੰ ਵਧਾ ਦਿੱਤਾ ਹੈ। ਅਧਿਕਾਰੀ ਕੋਵਿਡ-19 ਸਰਹੱਦ ਉਪਾਵਾਂ ਦੇ ਵਿੱਚ ਢਿੱਲ ਦੇ ਨਾਲ ਪਾਸਪੋਰਟ ਦੀ ਮੰਗ ਦੇ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਨਾਲ ਕਾਗਜ਼ੀ ਕਾਰਵਾਈ ਦੀ ਆਮਦ ਨੂੰ ਹੱਲ ਕਰਨ ਦੇ ਵਿੱਚ ਮਦਦ ਕਰਨ ਲਈ 600 ਨਵੇਂ ਕਰਮਚਾਰੀ ਸ਼ਾਮਿਲ ਕੀਤੇ ਗਏ ਨੇ। ਪਿਛਲੇ ਮਹੀਨੇ ਸਰਵਿਸ ਕੈਨੇਡਾ ਨੇ ਦੇਸ਼ ਭਰ ਦੇ ਵਿੱਚ ਸਾਰੇ ਪਾਸਪੋਰਟ ਸੇਵਾ ਕਾਊਂਟਰਾਂ ਨੂੰ ਮੁੜ ਖੋਲ੍ਹਿਆ ਤੇ 300 ਤੋਂ ਵੱਧ ਕੇਂਦਰਾਂ ਵਿੱਚ ਵਾਧੂ ਕਾਊਂਟਰ ਸ਼ਾਮਿਲ ਕੀਤੇ ਗਏ ਨੇ। ਪਰ ਜਿਵੇਂ ਕਿ ਬਹੁਤ ਸਾਰੇ ਕੈਨੇਡੀਅਨ 2 ਸਾਲਾਂ ਤੋਂ ਵੱਧ ਮਹਾਮਾਰੀ ਰੋਕ ਯਾਤਰਾ ਤੋਂ ਬਾਅਦ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਨੇ, ਕੁਝ ਪਾਸਪੋਰਟ ਪ੍ਰਾਪਤ ਕਰਨ ਵਾਲੇ ਕਹਿੰਦੇ ਨੇ ਕਿ ਉਹਨਾਂ ਨੂੰ ਨੌਕਰਸ਼ਾਹੀ ਰੁਕਾਵਟ ਦੇ ਕਾਰਨ ਸੇਵਾ ਕੇਂਦਰਾਂ ਦੇ ਬਾਹਰ ਡੇਰੇ ਲਾਉਣ ਜਾਂ ਯਾਤਰਾਵਾਂ ਨੂੰ ਮੁੜ ਠੰਡੇ ਬਸਤੇ 'ਚ ਪਾਉਣ ਲਈ ਮਜਬੂਰ ਕੀਤਾ ਗਿਆ ਹੈ। ਇਹ ਫੈਡਰਲ ਅਧਿਕਾਰੀਆਂ ਨੂੰ ਹੈਰਾਨੀ 'ਚ ਜਕੜ ਰਿਹਾ ਹੈ। ਪਰਿਵਾਰ, ਬੱਚਿਆਂ ਤੇ ਸਮਾਜਿਕ ਵਿਕਾਸ ਮੰਤਰੀ ਕਰੀਨਾ ਗੋਲਡ ਨੇ 30 ਮਈ ਨੂੰ ਇੱਕ ਸੰਸਦੀ ਕਮੇਟੀ ਨੂੰ ਸੱਦਿਆ। ਮਾਮਲੇ ਦਾ ਤੱਥ ਇਹ ਹੈ ਕਿ ਜਦੋਂ ਅਸੀਂ ਵਾਧੀ ਮਾਤਰਾ ਦੀ ਉਮੀਦ ਕਰ ਰਹੇ ਸੀ ਤਾਂ ਮੰਗ ਵਿੱਚ ਇਸ ਵੱਡੇ ਵਾਧੇ ਨੇ ਪੂਰਵ ਅਨੁਮਾਨਾਂ ਨੂੰ ਪਛਾੜ ਦਿੱਤਾ ਹੈ ਕਿ ਸਮਰੱਥਾ ਨੂੰ ਵਧਾ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਬਹੁਤ ਮੁਸ਼ਕਿਲ ਹਾਲਾਤਾਂ ਵਿੱਚ ਪਾ ਦਿੱਤਾ ਗਿਆ, ਇਸ ਲਈ ਅਸੀਂ ਅਧਿਕਾਰੀਆਂ ਨੂੰ ਮੰਗ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਮਿਹਨਤ ਦੇ ਨਿਰਦੇਸ਼ ਦਿੰਦੇ ਹਾਂ। 1 ਅਪ੍ਰੈਲ 2022 ਤੇ 31 ਮਾਰਚ 2021 ਦੇ ਵਿਚਕਾਰ ਸਰਵਿਸ ਕੈਨੇਡਾ ਨੇ 3,63,000 ਪਾਸਪੋਰਟ ਜਾਰੀ ਕੀਤੇ, ਕਿਉਂਕਿ ਸੇਵਾਵਾਂ ਜ਼ਰੂਰੀ ਯਾਤਰਾ ਮਾਮਲਿਆਂ ਤੱਕ ਸੀਮਿਤ ਨੇ। ਪਰ ਜਿਵੇਂ ਕਿ ਸੰਸਾਰ ਫਿਰ ਤੋਂ ਖੁੱਲ ਚੁੱਕਾ ਹੈ, ਮੰਗ ਅਸਮਾਨ ਛੂ ਰਹੀ ਹੈ। 1 ਅਪ੍ਰੈਲ 2021 ਤੋਂ 31 ਮਾਰਚ 2022 ਦੇ ਵਿਚਕਾਰ ਲਗਭਗ 1.3 ਮਿਲੀਅਨ ਪਾਸਪੋਰਟ ਜਾਰੀ ਕੀਤੇ ਗਏ ਸਨ। ਅਪ੍ਰੈਲ ਤੋਂ 3,17,000 ਤੋਂ ਵੱਧ ਪਾਸਪੋਰਟ ਦਿੱਤੇ ਜਾ ਚੁੱਕੇ ਨੇ ਤੇ 2022-23 ਲਈ ਸੰਘੀ ਭਵਿੱਖਬਾਣੀ 3.6 ਮਿਲੀਅਨ ਤੇ 4.3 ਮਿਲੀਅਨ ਅਰਜ਼ੀਆਂ ਦੇ ਵਿਚਕਾਰ ਹੈ। ਰੋਜ਼ਗਾਰ ਤੇ ਸਮਾਜਿਕ ਵਿਕਾਸ ਕੈਨੇਡਾ ਦੇ ਬੁਲਾਰੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਪਿਛਲੇ ਹਫ਼ਤੇ ਦੇ ਅਨੁਮਾਨਾਂ ਦੇ ਆਧਾਰ ਤੇ 75% ਕੈਨੇਡੀਅਨ ਜੋ ਪਾਸਪੋਰਟ ਲਈ ਅਰਜ਼ੀ ਦਿੰਦੇ ਨੇ ਨੂੰ 40 ਕੰਮਕਾਜੀ ਦਿਨਾਂ ਦੇ ਅੰਦਰ ਪਾਸਪੋਰਟ ਪ੍ਰਾਪਤ ਹੁੰਦਾ ਹੈ। ਕਿਸੇ ਵਿਸ਼ੇਸ਼ ਸਾਈਟ ਤੇ ਵਿਅਕਤੀਗਤ ਤੌਰ ਤੇ ਬਿਨੈ ਪੱਤਰ ਜਮ੍ਹਾਂ ਕਰਨ ਵਾਲੇ 96% ਨੂੰ 10 ਕਾਰਜਕਾਰੀ ਦਿਨਾਂ ਦੇ ਅੰਦਰ ਪਾਸਪੋਰਟ ਪ੍ਰਾਪਤ ਹੁੰਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਕੋਵਿਡ-19 ਦੀ ਸ਼ੁਰੂਆਤ ਕਦੋਂ ਹੋਈ ਤੇ ਇਸ ਨੂੰ ਲੈ ਕੇ ਜਿਹੜੇ ਤੱਥ ਹੈ ਜਿਹੜੇ ਕਿ ਲੀਕ ਹੋਏ ਸੀ ਉਹਨਾਂ ਦੇ ਉੱਤੇ ਇੱਕ ਵਾਰ ਫਿਰ ਤੋਂ ਚਰਚਾ ਛਿੜੀ ਹੈ। ਇੱਕ ਸਮੂਹ ਜਿਨੇ WHO ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ, ਉਹਨਾਂ ਨੇ ਕਿਹਾ ਹੈ ਕਿ ਇਸ ਦੀ ਸ਼ੁਰੂਆਤ ਨੂੰ ਲੈ ਕੇ ਕਈ ਤਰ੍ਹਾਂ ਦੇ ਤੱਥ ਅਧੂਰੇ ਕਿਉਂ ਹੈ। ਪੂਰੀ ਰਿਪੋਰਟ ਦੇ ਉੱਤੇ ਨਜ਼ਰ ਪਾ ਲੈਂਦੇ ਹਾਂ ਤੇ ਦੇਖਦੇ ਹਾਂ ਆਖਰਕਾਰ ਮਾਜਰਾ ਹੈ ਕੀ ਹੈ। ਵਿਸ਼ਵ ਸਿਹਤ ਸੰਗਠਨ ਦੁਆਰਾ ਕਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਦੀ ਜਾਂਚ ਦੇ ਵਿੱਚ ਸਹਾਇਕਾਂ ਦੇ ਲਈ ਤਿਆਰ ਕੀਤਾ ਗਿਆ ਇੱਕ ਮਾਹਰ ਸਮੂਹ ਕਹਿੰਦਾ ਹੈ ਕਿ ਇਹ ਨਿਰਧਾਰਤ ਕਰਨ ਲਈ ਹੋਰ ਖੋਜ ਦੀ ਲੋੜ ਹੈ ਕਿ ਕੋਵਿਡ-19 ਪਹਿਲੀ ਵਾਰ ਸ਼ੁਰੂ ਕਿਵੇਂ ਹੋਇਆ। ਇਸ ਸੰਭਾਵਨਾ ਦੇ ਵਧੇਰੇ ਵਿਸਤ੍ਰਿਤ ਵਿਸ਼ਲੇਸ਼ਣ ਸਮੇਤ ਕੀ ਇੱਕ ਪ੍ਰਯੋਗਸ਼ਾਲਾ ਦੁਰਘਟਨਾ ਸੀ। ਇੱਕ ਪਾਸਾ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਮਹਾਮਾਰੀ ਦੀ ਸ਼ੁਰੂਆਤੀ ਮੁਲਾਂਕਣ ਦੇ ਉਲਟ ਹੋਣ ਦੀ ਨਿਸ਼ਾਨਦੇਹੀ ਕਰਦਾ ਹੈ। WHO ਨੇ ਪਿਛਲੇ ਸਾਲ ਸਿੱਟਾ ਕੱਢਿਆ ਸੀ ਕਿ ਇਹ ਬਹੁਤ ਅਸੰਭਵ ਸੀ ਕਿ ਕੋਵਿਡ-19 ਇੱਕ ਲੈਬ ਤੋਂ ਮਨੁੱਖਾਂ ਦੇ ਵਿੱਚ ਫੈਲਦਾ ਸੀ। ਬਹੁਤ ਸਾਰੇ ਵਿਗਿਆਨੀ ਸ਼ੱਕ ਕਰਦੇ ਨੇ ਕਿ ਕਰੋਨਾ ਵਾਇਰਸ ਚਮਗਿੱਦੜਾਂ ਤੋਂ ਲੋਕਾਂ ਵਿੱਚ ਛਾਲ ਮਾਰਦਾ ਹੈ ਤੇ ਸੰਭਵ ਤੌਰ ਤੇ ਕਿਸੇ ਹੋਰ ਜਾਨਵਰ ਦੁਆਰਾ। ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਵਿੱਚ WHO ਦੇ ਮਾਹਰ ਨੇ ਕਿਹਾ ਹੈ ਕਿ ਡਾਟੇ ਦੇ ਮੁੱਖ ਟੁਕੜੇ ਇਹ ਦੱਸਣ ਲਈ ਕਿ ਮਹਾਮਾਰੀ ਕਿਵੇਂ ਸ਼ੁਰੂ ਹੋਈ ਹੈ ਅਜੇ ਵੀ ਗਾਇਬ ਨੇ। ਵਿਗਿਆਨੀਆਂ ਨੇ ਕਿਹਾ ਕਿ ਸਮੂਹ ਕਿਸੇ ਵੀ ਸਾਰੇ ਵਿਗਿਆਨੀ ਸਬੂਤਾਂ ਲਈ ਖੁੱਲ੍ਹਾ ਰਹੇਗਾ ਜੋ ਭਵਿੱਖ ਦੇ ਵਿੱਚ ਸਾਰੀਆਂ ਵਾਜਬ ਧਾਰਨਾਵਾਂ ਦੀ ਵਿਆਪਕ ਜਾਂਚ ਦੀ ਆਗਿਆ ਦੇਣ ਲਈ ਉਪਲਬਧ ਹੋਵੇਗਾ। ਜਾਨਵਰਾਂ ਵਿੱਚ ਬਿਮਾਰੀ ਦੇ ਸਰੋਤ ਦੀ ਪਛਾਣ ਕਰਨ ਦੇ ਵਿੱਚ ਆਮ ਤੌਰ ਤੇ ਕਈ ਸਾਲ ਲੱਗ ਜਾਂਦੇ ਨੇ। ਵਿਗਿਆਨੀਆਂ ਨੂੰ ਚਮਗਿੱਦੜ ਦੀਆਂ ਉਹਨਾਂ ਪ੍ਰਜਾਤੀਆਂ ਨੂੰ ਲੱਭਣ ਵਿੱਚ ਲਗਭਗ 15 ਸਾਲ ਲੱਗ ਗਏ ਜੋ ਕੋਵਿਡ-19 ਦੇ ਰਿਸ਼ਤੇਦਾਰ ਸਾਰਸ ਲਈ ਕੁਦਰਤੀ ਭੰਡਾਰ ਸਨ। WHO ਦੇ ਮਾਹਰ ਸਮੂਹ ਨੇ ਇਹ ਨੋਟ ਕੀਤਾ ਹੈ ਕਿਉਂਕਿ ਬੀਤੇ ਸਮੇਂ ਵਿੱਚ ਪ੍ਰਯੋਗਸ਼ਾਲਾ ਹਾਦਸਿਆਂ ਨੇ ਕੁਝ ਪ੍ਰਕੋਪ ਪੈਦਾ ਕੀਤੇ ਨੇ, ਇਸ ਲਈ ਬਹੁਤ ਜ਼ਿਆਦਾ ਸਿਆਸੀ ਸਿਧਾਂਤਾਂ ਨੂੰ ਛੋਟ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਸਾਬਕਾ US ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਬਿਨਾਂ ਸਬੂਤ ਅੰਦਾਜ਼ਾ ਲਗਾਇਆ ਹੈ ਕਿ ਕੋਵਿਡ-19 ਚੀਨੀ ਲੈਬ ਦੇ ਵਿੱਚ ਸ਼ੁਰੂਆਤ ਕੀਤੀ ਗਈ ਸੀ। ਉਸਨੇ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੀ ਦੇਸ਼ ਦੀ ਨਿਰੰਤਰ ਜਨਤਕ ਪ੍ਰਸ਼ੰਸਾ ਦਾ ਹਵਾਲਾ ਦਿੰਦੇ ਹੋਏ ਸ਼ੁਰੂਆਤੀ ਪ੍ਰਕੋਪ ਨੂੰ ਕਵਰ ਕਰਨ ਲਈ WHO ਉੱਤੇ ਚੀਨ ਦੇ ਨਾਲ ਮਿਲੀ ਭੁਗਤ ਕਰਨ ਦਾ ਦੋਸ਼ ਵੀ ਲਗਾਇਆ। WHO ਦੇ ਮਾਹਰ ਸਮੂਹ ਨੇ ਕਿਹਾ ਕਿ WHO ਦੇ ਡਾਇਰੈਕਟਰ ਟੈਡਰਸ ਨੇ ਫਰਵਰੀ ਦੇ ਵਿੱਚ ਚੀਨ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ 2 ਪੱਤਰ ਭੇਜ ਕੇ ਜਾਣਕਾਰੀ ਮੰਗੀ ਸੀ, ਬੇਨਤੀ ਕੀਤੀ ਸੀ, ਜਿਸ ਦੇ ਵਿੱਚ ਵੁਹਾਨ ਸ਼ਹਿਰ ਦੇ ਵਿੱਚ ਕੋਵਿਡ-19 ਦੇ ਸਭ ਤੋਂ ਪਹਿਲੇ ਮਨੁੱਖੀ ਮਾਮਲਿਆਂ ਬਾਰੇ ਵੇਰਵੇ ਸ਼ਾਮਿਲ ਨੇ। ਇਹ ਸਪਸ਼ਟ ਹੈ ਕਿ ਚਾਈਨਾ ਨੇ ਜਵਾਬ ਕੀ ਦਿੱਤਾ। ਮਾਹਰਾਂ ਨੇ ਕਿਹਾ ਹੈ ਕਿ WHO ਨੂੰ ਕੋਈ ਅਧਿਐਨ ਮੁਹੱਈਆ ਨਹੀਂ ਕਰਵਾਇਆ ਗਿਆ ਜੋ ਪ੍ਰਯੋਗਸ਼ਾਲਾ ਲੀਕ ਦੇ ਨਤੀਜੇ ਵਜੋਂ ਕੋਵਿਡ-19 ਦੀ ਸੰਭਾਵਨਾਵਾਂ ਦਾ ਮੁਲਾਂਕਣ ਕਰਦਾ ਹੈ। ਉਹਨਾਂ ਕਿਹਾ ਕਿ ਕਰੋਨਾ ਵਾਇਰਸ ਕਿਵੇਂ ਉੱਭਰਿਆ ਇਸ ਬਾਰੇ ਉਹਨਾਂ ਦੀ ਸਮਝ ਕਈ ਕਾਰਨਾਂ ਕਰਕੇ ਸੀਮਿਤ ਸੀ, ਜਿਸ ਵਿੱਚ ਇਹ ਵੀ ਸ਼ਾਮਿਲ ਹੈ ਕਿ ਚੀਨੀ ਵਿਗਿਆਨੀਆਂ ਦੁਆਰਾ ਪੇਸ਼ ਕੀਤੀਆਂ ਗਈਆਂ ਸਾਰੀਆਂ ਖੋਜਾਂ ਪ੍ਰਕਾਸ਼ਿਤ ਨਹੀਂ ਕੀਤੀਆਂ ਗਈਆਂ। ਜਮੀ ਮੈਡਸ ਜੋ ਕਿ
ਇੱਕ ਗੈਰ ਸੰਬੰਧਿਤ WHO ਸਲਾਹਕਾਰ ਸਮੂਹ ਤੇ ਬੈਠਦੇ ਨੇ। ਉਹਨਾਂ ਸੁਝਾਅ ਦਿੱਤਾ ਹੈ ਕਿ 7 ਉਦਯੋਗਿਕ ਦੇਸ਼ਾਂ ਦੇ ਸਮੂਹ ਨੇ ਆਪਣੀ ਕੋਵਿਡ ਮੂਲ ਦੀ ਜਾਂਚ ਸਥਾਪਿਤ ਕੀਤੀ ਹੈ। ਇਹ ਕਹਿੰਦੇ ਹੋਏ ਕਿ WHO ਦੇ ਕੋਲ ਅਜਿਹੇ ਆਲੋਚਨਾਤਮਕ ਮੁਲਾਂਕਣ ਕਰਨ ਲਈ ਰਾਜਨੀਤਿਕ ਅਧਿਕਾਰ, ਵਿਗਿਆਨੀ ਮੁਹਾਰਤ ਤੇ ਸੁਤੰਤਰਤਾ ਦੀ ਘਾਟ ਹੈ। ਮੈਰਜ਼ਲ ਨੇ ਲੈਬ ਲੀਕ ਦੀ ਸੰਭਾਵਨਾ ਦੀ ਹੋਰ ਜਾਂਚ ਲਈ WHO ਦੇ ਸੱਦੇ ਦਾ ਸਵਾਗਤ ਕੀਤਾ। ਇਹ ਨਾਕਾਫੀ ਸੀ। ਦੁਖਦਾਈ ਤੌਰ ਤੇ ਚੀਨੀ ਸਰਕਾਰ ਅਜੇ ਵੀ ਜ਼ਰੂਰੀ ਕੱਚੇ ਡੇਟਾ ਨੂੰ ਸਾਂਝਾ ਕਰਨ ਤੋਂ ਇਨਕਾਰ ਕਰ ਰਹੀ ਹੈ ਤੇ ਵੁਹਾਨ ਲੈਬਾਂ ਦੀ ਜ਼ਰੂਰੀ ਪੂਰੇ ਆਡਿਟ ਦੀ ਇਜਾਜ਼ਤ ਨਹੀਂ ਦੇਵੇਗੀ। ਇਸ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰਨਾ ਇਹ ਸਮਝਣ ਲਈ ਮਹੱਤਵਪੂਰਨ ਹੈ ਕਿ ਇਹ ਮਹਾਮਾਰੀ ਕਿਵੇਂ ਸ਼ੁਰੂ ਹੋਈ ਤੇ ਭਵਿੱਖੀ ਮਹਾਮਾਰੀ ਨੂੰ ਰੋਕਣਾ ਕਿਵੇਂ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੱਸ ਦਈਏ ਕਿ ਅਮਰੀਕੀ ਮੁਲਕਾਂ ਦੀ ਜਿਹੜੀ ਸਿਖਰ ਵਾਰਤਾ ਹੈ ਉਸ ਦੇ ਵਿੱਚ ਜਸਟਿਨ ਟਰੂਡੋ ਜਿਹੜੇ ਨੇ ਪ੍ਰਧਾਨ ਮੰਤਰੀ ਕੈਨੇਡਾ ਦੇ, ਉਹ ਉੱਥੇ ਗਏ ਹੋਏ ਨੇ। ਦੂਜਾ ਦਿਨ ਹੈ, ਕਾਫੀ ਸਾਰਾ ਰੁਝੇਵਿਆਂ ਭਰਿਆ ਜਿਹੜਾ ਇਹ ਟੂਰ ਜਿਹੜਾ ਲੱਗ ਰਿਹਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ। ਜੋ ਬਾਈਡਨ ਉਹਨਾਂ ਦੇ ਪਰਿਵਾਰ ਨਾਲ ਜਿੱਥੇ ਮੁਲਾਕਾਤ ਕੀਤੀ, ਕਈ ਮੁੱਦਿਆਂ ਦੇ ਉੱਤੇ ਗੱਲਬਾਤ ਹੋ ਰਹੀ ਹੈ, ਉੱਥੇ ਹੋਰ ਹੀ ਰੁਝੇਵਿਆਂ ਭਰਿਆ ਜਿਹੜਾ ਜਸਟਿਨ ਟਰੂਡੋ ਦਾ ਇਹ ਟੂਰ ਲੱਗ ਰਿਹਾ ਹੈ। ਇਸ ਮੁਤਾਬਕ ਜਾਣਕਾਰੀ ਦੇ ਦੀ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਮੁਲਾਕਾਤ ਤੋਂ ਬਾਅਦ ਗਵਰਨਰ ਗੈਵਿਨ ਨਿਊਸਮ ਦੇ ਨਾਲ ਨਿਊਜ਼ ਕਾਨਫਰੰਸ ਦੇ ਕਰਨ ਮਗਰੋਂ ਟਰੂਡੋ ਗੂਗਲ ਦੇ ਪੈਰੈਂਟ ਕੰਪਨੀ ਅਲਫਾਬੈਟ ਇਨਕਾਰਪੋਰੇਸ਼ਨ ਦੇ CEO ਸੁੰਦਰ ਪਿਚਾਈ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਅਰਜਨਟੀਨਾ ਦੇ ਰਾਸ਼ਟਰਪਤੀ ਨਾਲ ਮੀਟਿੰਗ ਕਰਨਗੇ। ਬੁੱਧਵਾਰ ਦਾ ਦਿਨ ਟਰੂਡੋ ਨੇ ਲੈਟਿਨ ਅਮਰੀਕੀ ਤੇ ਕੈਰੇਬੀਆਈ ਆਗੂਆਂ ਦੇ ਨਾਲ ਗੱਲਬਾਤ ਦੌਰਾਨ ਬਿਤਾਇਆ। ਟਰੂਡੋ ਵੱਲੋਂ ਇਹਨਾਂ ਦੇਸ਼ਾਂ ਦੀਆਂ ਲੋੜਾਂ ਨੂੰ ਸਮਝਿਆ ਗਿਆ ਤੇ ਉਹਨਾਂ ਦੇ ਵਿਕਾਸ ਸੰਬੰਧੀ ਟੀਚਿਆਂ ਨੂੰ ਹਾਸਲ ਕਰਨ 'ਚ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ। ਬੁੱਧਵਾਰ ਨੂੰ ਟਰੂਡੋ ਨੇ ਜਿਹੜਾ ਉਹ ਬਾਰਬਾਡੋਸ ਦੀ ਪ੍ਰਧਾਨ ਮੰਤਰੀ ਮੇਆ ਮੋਟਲੀ ਤੇ ਚਿਲੀ, ਬੈਲਿਜ਼, ਇਕੁਆਡੋਰ ਦੇ ਜਮਾਇਕਾ ਤੇ ਆਗੂਆਂ ਦੇ ਨਾਲ ਹੋਰ ਗੱਲਬਾਤ ਦੇ ਵਿੱਚ ਹਿੱਸਾ ਲਿਆ। ਕੈਨੇਡਾ ਦੇ ਬਿਜ਼ਨਸ ਕਾਉਂਸਲ ਦੇ ਪ੍ਰੈਜ਼ੀਡੈਂਟ ਤੇ CEO ਗੋਲਡੀ ਆਇਦਰ ਨੇ ਵੀ ਆਖਿਆ ਕਿ ਟਰੂਡੋ ਜਿਹੜੇ ਨੇ ਉਹ ਸ਼ਾਇਦ ਕੈਨੇਡਾ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਗੱਲਬਾਤ ਕਈ ਹੋਰ ਗਰੁੱਪਾਂ ਦੇ ਨਾਲ ਕਰ ਸਕਦੇ ਨੇ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।